ਇਟਲੀ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਇਟਲੀ ਦੇ ਵਿੱਚ ਇੱਕ ਪੰਜਾਬੀ ਦਾ ਕਤਲ ਹੋਇਆ ਸੀ ਅਤੇ ਇਹ ਕਤਲ ਪੰਜਾਬੀਆਂ ਵੱਲੋਂ ਹੀ ਕੀਤਾ ਗਿਆ ਸੀ ਅਤੇ ਇਟਲੀ ਦੀ ਅਦਾਲਤ ਵੱਲੋਂ ਇਸ ਜੋ ਕਤਲ ਹੋਇਆ ਸੀ ਇਸ ਨੂੰ ਲੈ ਕੇ ਫੈਸਲਾ ਸੁਣਾਇਆ ਗਿਆ ਹੈ। ਇਸ ਫੈਸਲੇ ਦੇ ਵਿੱਚ 6 ਪੰਜਾਬੀਆਂ ਨੂੰ 133 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੇਰੇ ਨਾਲ ਇਸ ਕਹਿ ਲਓ ਕਿ ਮੁੱਦੇ ਤੇ ਵਿਚਾਰ ਕਰਨ ਲਈ ਯੂਕੇ ਤੋਂ ਜੁੜੇ ਨੇ ਦਲਜੀਤ ਸਿੰਘ। ਧੰਨਵਾਦ ਦਲਜੀਤ ਸਿੰਘ ਨਾਲ ਜੁੜਨ ਦੇ ਲਈ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਲਾਈਨ ਦੇ ਉੱਤੇ ਲੈਣ ਲਈ। ਦਲਜੀਤ ਸਿੰਘ ਜੀ, ਇੱਕ ਕਾਫੀ ਵੱਡੀ ਖਬਰ ਹੈ ਤੇ ਇਸ ਤੇ ਥੋੜਾ ਵਿਚਾਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਇਟਲੀ ਦੀ ਧਰਤੀ ਤੇ ਇੱਕ ਪੰਜਾਬੀ ਦੇ ਮੌਤ ਤੋਂ ਬਾਅਦ ਉਹਦੇ ਕਤਲ ਦੇ ਕੇਸ ਵਿੱਚ 6 ਪੰਜਾਬੀਆਂ ਨੂੰ 133 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ। ਇਸ ਜੋ ਖਬਰ ਬਾਰੇ ਸਾਡੇ ਦਰਸ਼ਕਾਂ ਨੂੰ ਵਧੇਰੇ ਜਾਣਕਾਰੀ ਦਿਓ ਜੀ। ਹਾਂਜੀ ਬਿਲਕੁਲ, ਇਹ ਕਤਲ ਹੋਇਆ ਸੀ ਜੀ। ਇਹ ਨੌਜਵਾਨ ਦਾ ਨਾਮ ਸੀ ਜਗਸ਼ੀਰ ਸੋਮਲ, ਜੋ ਕਿ ਪੰਜਾਬ ਦੀ ਧਰਤੀ ਨਾਲ ਹੀ ਸੰਬੰਧਿਤ ਸੀਗਾ, ਪੰਜਾਬੀ ਨੌਜਵਾਨ। ਸੋ ਇਹ ਕਤਲ ਹੁੰਦਾ ਹੈ 30 ਅਕਤੂਬਰ 2021 ਨੂੰ। ਤੇ ਇਹਦੇ ਵਿੱਚ ਸਭ ਤੋਂ ਦਰਦਨਾਕ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਇਹ ਹੈ ਕਿ ਜਗਸ਼ੀਰ ਸੋਮਲ ਜਿਹੜਾ ਨੌਜਵਾਨ ਸੀ, ਉਸਦੇ ਘਰ ਪੁੱਤਰ ਦੀ ਦਾਤ ਜਿਹੜੀ ਹੈ ਉਹ ਪ੍ਰਮਾਤਮਾ ਵੱਲੋਂ ਦਿੱਤੀ ਜਾਂਦੀ ਹੈ 1-2 ਦਿਨ ਪਹਿਲਾਂ। ਯਾਨੀ ਕਿ 30 ਅਕਤੂਬਰ 2021 ਨੂੰ ਕਤਲ ਹੁੰਦਾ ਹੈ ਤੇ 1-2 ਦਿਨ ਪਹਿਲਾਂ ਜਗਸ਼ੀਰ ਸੋਮਲ ਦੇ ਘਰ ਪੰਜਾਬ ਵਿਖੇ, ਇਟਲੀ ਨਹੀਂ, ਇਹ ਗੱਲ ਦਾ ਧਿਆਨ ਰਵੇ, ਪੰਜਾਬ ਦੇ ਵਿੱਚ ਉਹਦੀ ਪਤਨੀ ਦੇ ਘਰ ਇਹ ਪੁੱਤਰ ਜਿਹੜਾ ਹੈ ਉਹ ਜਨਮ ਲੈਂਦਾ। ਸੋ ਜਿਸ ਦੀ ਪਾਰਟੀ, ਜਦੋਂ ਅਸੀਂ ਕਹਿੰਦੇ ਨਾ ਕਿ ਜਸ਼ਨ ਹੁੰਦਾ ਹੈ, ਜਦੋਂ ਨੌਜਵਾਨ ਕਹਿੰਦੇ ਨੇ ਕਿ ਚਲੋ ਪਾਰਟੀ ਕਰੀਏ, ਲਓ ਜੀ ਘਰ ਦੇ ਵਿੱਚ ਕੋਈ ਨਵਾਂ ਮਹਿਮਾਨ ਆਇਆ, ਸੋ ਉਸ ਪੁੱਤਰ ਦੀ ਪਾਰਟੀ ਕਰ ਰਿਹਾ ਸੀ ਜਗਸ਼ੀਰ ਸੋਮਲ 30 ਅਕਤੂਬਰ ਵਾਲੇ ਦਿਨ, ਜਦੋਂ ਉਹਨੇ ਦੋਸਤ ਮਿੱਤਰ ਆਪਣੇ ਘਰ ਵਿੱਚ ਸੱਦੇ ਹੋਏ ਸੀ। ਤੇ ਤੁਹਾਨੂੰ ਮੈਂ ਇਲਾਕਾ ਵੀ ਦੱਸ ਦੇਵਾਂ, ਇਹ ਇਲਾਕਾ ਲਤੀਨਾ ਵੱਜਦਾ ਹੈ ਰੋਮ ਦੇ ਵਿੱਚ। ਰੋਮ ਜਿਹੜੀ ਹੈ ਰਾਜਧਾਨੀ ਹੈ ਇਟਲੀ ਦੀ, ਉਹਦੇ ਵਿੱਚ ਇੱਕ ਇਲਾਕਾ ਹੈ ਲਤੀਨਾ, ਜਿਹਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਸਾਡੇ ਪੰਜਾਬੀ ਵਸਦੇ ਨੇ। ਇੱਥੋਂ ਤੱਕ ਇਹ ਵੀ ਕਹਿ ਸਕਦੇ ਹਾਂ ਕਿ ਉਹ ਇਲਾਕਾ ਹੀ ਪੰਜਾਬੀਆਂ ਦਾ, ਲਤੀਨਾ, ਬੋਰਗੋ ਹਰਮਾਦਾ, ਜਾਂ ਫਿਰ ਹੋਰ ਉਹਦੇ ਨਾਲ ਦੇ ਜਿਹੜੇ ਇਲਾਕੇ ਨੇ, ਬੋਰਗੋ ਮੋਂਤੈਲੋ। ਸੋ ਇਹ ਸਾਰੇ ਇਲਾਕੇ ਜਿਹੜੇ ਪੰਜਾਬੀਆਂ ਦੇ ਨੇ ਤੇ ਖੇਤੀ ਦੇ ਨਾਲ ਸੰਬੰਧਿਤ ਸਾਡੇ ਪੰਜਾਬੀ ਹੈ। ਸੋ ਬੋਰਗੋ ਮੋਂਤੈਲੋ ਦੇ ਵਿੱਚ ਜਗਸ਼ੀਰ ਸੋਮਲ ਦਾ ਘਰ ਸੀ, ਜਿੱਥੇ 30 ਅਕਤੂਬਰ ਵਾਲੀ ਸ਼ਾਮ ਉਹ ਪਾਰਟੀ ਕਰ ਰਿਹਾ ਸੀ ਆਪਣੇ ਦੋਸਤਾਂ ਮਿੱਤਰਾਂ ਨੂੰ ਬੁਲਾ ਕੇ ਕਿ ਪੰਜਾਬ ਦੇ ਵਿੱਚ ਉਸਦੇ ਘਰ ਪੁੱਤਰ ਹੋਇਆ। ਸੋ ਪਹਿਲਾਂ ਤੋਂ ਰੰਜਿਸ਼ ਹੋ ਸਕਦੀ ਹੈ ਨੌਜਵਾਨਾਂ ਦੇ ਨਾਲ, ਜਿਹੜੇ ਉਸ ਰਾਤ ਫਿਰ ਉਸ ਸ਼ਾਮ ਪਾਰਟੀ ਦੇ ਚੱਲਦਿਆਂ ਉਸਦੇ ਘਰ ਦਾਖਲ ਹੁੰਦੇ ਨੇ। 10 ਤੋਂ 15 ਜਾਣੇ ਦਾਖਲ ਹੁੰਦੇ ਨੇ, ਤੇਜ਼ਧਾਰ ਹਥਿਆਰਾਂ ਦੇ ਨਾਲ ਉਹ ਸਾਰਿਆਂ ਦੇ ਉੱਤੇ ਕਹਿ ਲਓ ਕਿ ਹਮਲਾ ਜਿਹੜਾ ਹੈ ਕਰ ਦਿੰਦੇ ਨੇ, ਜਿਹਦੇ ਵਿੱਚ ਜਗਸ਼ੀਰ ਸੋਮਲ ਜਿਹੜਾ ਪਾਰਟੀ ਦੇ ਰਿਹਾ ਸੀ ਨੌਜਵਾਨ, ਸੋ ਉਹਦਾ ਕਤਲ ਹੋ ਜਾਂਦਾ ਹੈ, ਉਹਦੀ ਮੌਤ ਹੋ ਜਾਂਦੀ ਹੈ, ਸੱਟਾਂ ਗਹਿਰੀਆਂ ਵੱਜਦੀਆਂ ਨੇ। ਦੇਖੋ ਕਿੰਨੀ ਦਰਦਨਾਕ ਗੱਲ ਹੈ। ਇੱਕ ਪਾਸੇ ਪੁੱਤਰ ਹੋ ਰਿਹਾ ਪੰਜਾਬ ਦੇ ਵਿੱਚ, ਦੂਸਰੇ ਪਾਸੇ ਜਿਹੜਾ ਉਹਦਾ ਬਾਪ ਹੈ ਆਪਣੇ ਪੁੱਤਰ ਦੇ ਜਸ਼ਨ ਮਨਾ ਰਿਹਾ ਤੇ ਉਸੇ 'ਚ ਹੀ ਉਹਦਾ ਕਤਲ ਹੋ ਜਾਂਦਾ। ਉਸ ਤੋਂ ਬਾਅਦ ਇਹ ਨੌਜਵਾਨ ਜਿਹੜੇ ਨੇ ਸਾਰੇ ਫਰਾਰ ਹੋ ਜਾਂਦੇ ਨੇ। ਜਦੋਂ ਇਹ ਘਟਨਾ ਅਖਬਾਰਾਂ ਦਾ ਜਿਹੜਾ ਹੈਗਾ, ਅਖਬਾਰਾਂ ਦੇ ਵਿੱਚ ਆਉਂਦੀ ਹੈ ਜਾਂ ਇਲਾਕੇ ਦੇ ਵਿੱਚ ਫੈਲਦੀ ਹੈ, ਤੇ ਬੜੀ ਸਨਸਨੀ ਜੀ ਫੈਲ ਗਈ ਪੰਜਾਬੀਆਂ ਦੇ ਵਿੱਚ ਵੀ ਤੇ ਇਟਾਲੀਅਨ ਲੋਕਾਂ ਦੇ ਵਿੱਚ ਵੀ ਕਿ ਇਹ ਪੰਜਾਬੀ ਜਿਹੜੇ ਇੱਥੇ ਕੰਮ ਕਰਨ ਆਏ ਨੇ ਤੇ ਕਿਹੜੇ ਕਮੀ ਪੈ ਗਏ ਆ। ਸੋ ਕੁਛ ਦਿਨਾਂ ਦੇ ਵਿੱਚ ਹੀ ਲਤੀਨਾ ਪੁਲਿਸ ਵੱਲੋਂ ਇਹ ਨੌਜਵਾਨ ਜਿਹੜੇ ਨੇ ਕਾਬੂ ਕਰ ਲਏ ਜਾਂਦੇ ਆ, ਅਰੈਸਟ ਕਰ ਲਏ ਜਾਂਦੇ ਆ, ਤੇ ਉਸ ਵੇਲੇ ਤੋਂ ਜੇਲ੍ਹ ਦੇ ਵਿੱਚ ਸੀ ਇਹ ਨੌਜਵਾਨ। ਤੇ ਹੁਣ ਪਿਛਲੇ ਹਫ਼ਤੇ ਇਹਦਾ ਫੈਸਲਾ ਲਤੀਨਾ ਦੀ ਇੱਕ ਅਦਾਲਤ ਵੱਲੋਂ ਲੈ ਲਿਆ ਗਿਆ। ਸੋ ਇਹਦੇ ਵਿੱਚ ਬੜੀਆਂ ਵੱਡੀਆਂ ਸਜ਼ਾਵਾਂ ਹੋਈਆਂ। ਜੇ ਮੈਂ ਤੁਹਾਨੂੰ ਦੱਸਾਂ ਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਕਤਲ ਆਮ ਹੋ ਗਏ ਆ ਤੇ 2-4 ਸਾਲ ਦੇ ਵਿੱਚ ਬੰਦਾ ਬਾਹਰ ਆ ਜਾਂਦਾ, ਪਰ ਜਿਹੜੇ ਯੂਰਪ, ਇੰਗਲੈਂਡ, ਅਮਰੀਕਾ, ਕੈਨੇਡਾ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਸੋ ਲਤੀਨਾ ਦੀ ਅਦਾਲਤ ਨੇ 6 ਨੌਜਵਾਨਾਂ ਨੂੰ 133 ਸਾਲ ਦੀ ਸਜ਼ਾ ਸੁਣਾਈ ਹੈ। ਦੀਪਨ, ਇਹ ਬਹੁਤ ਵੱਡੀ ਗੱਲ ਹੈ ਕਿ 133 ਸਾਲ ਦੀ ਸਜ਼ਾ ਵੰਡ ਕੇ, ਯਾਨੀ ਕਿ 6 ਨੌਜਵਾਨਾਂ ਦੇ ਵਿੱਚ ਵੰਡੀ ਗਈ ਹੈ। ਉਹ ਵਿਸਤਾਰ ਦੇ ਰੂਪ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਕਿਵੇਂ ਸਜ਼ਾਵਾਂ ਹੋਈਆਂ। ਸੋ ਸਭ ਤੋਂ ਪਹਿਲਾਂ 25 ਸਾਲ ਦੀ ਕੈਦ ਹੋਈ ਹੈ ਜੀ ਦਵਿੰਦਰ ਸਿੰਘ ਤੇ ਰਣਜੀਤ ਸਿੰਘ ਨੂੰ। 25 ਸਾਲ ਤੇ 1 ਮਹੀਨੇ ਦੀ ਕੈਦ ਇਹ ਦੋ ਨੌਜਵਾਨਾਂ ਨੂੰ ਹੋਈ ਹੈ, ਜਿਹੜੇ ਮੇਨ ਅਕਿਊਜ਼ਡ ਮੰਨੇ ਗਏ ਨੇ, ਜਿਨ੍ਹਾਂ ਨੇ ਕਤਲ ਦੇ ਵਿੱਚ ਜਿਨ੍ਹਾਂ ਦੀ ਮੁੱਖ ਭੂਮਿਕਾ ਸੀ। ਉਸ ਤੋਂ ਬਾਅਦ ਗੁਰਵਿੰਦਰ ਸੋਹਲ ਅਤੇ ਸੁਰਜੀਤ ਸਿੰਘ ਨੂੰ 17 ਸਾਲ ਤੇ 5 ਮਹੀਨੇ ਦੀ ਕੈਦ ਦੱਸੀ ਗਈ ਹੈ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਹਰਿੰਦਰ ਸਿੰਘ ਦੀ, ਜਿਹਨੂੰ 16 ਸਾਲ ਤੇ 5 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਫਿਰ ਉਸ ਤੋਂ ਬਾਅਦ ਗੱਲ ਆਉਂਦੀ ਹੈ ਹਰਮਨਦੀਪ ਸਿੰਘ ਦੀ, ਜਿਹਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮਤਲਬ ਇਹ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ। ਜੇ 25 ਸਾਲ ਦੀ ਸਜ਼ਾ ਨਾ, ਤੇ ਇੱਥੇ ਤੁਹਾਨੂੰ ਮੈਂ ਹੋਰ ਗੱਲ ਦੱਸ ਦਿੰਦਾ ਕਿ ਇਸ ਤਰ੍ਹਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਹੁੰਦਾ ਕਿ ਬੰਦਾ 12 ਸਾਲ ਕੱਢ ਕੇ ਬਾਹਰ ਆ ਜਾਂਦਾ ਜੀ, ਇਹ ਉਮਰ ਕੈਦ ਹੋ ਗਈ 12 ਸਾਲ ਦੀ। ਸੋ ਇੱਥੋਂ ਦੀਆਂ ਅਦਾਲਤਾਂ ਜਿਹੜੀ ਗੱਲ ਕਹਿੰਦੀਆਂ ਨੇ ਉਹੀ ਹੁੰਦੀ, ਯਾਨੀ ਕਿ ਜੇ 25 ਸਾਲ ਕਹੀ ਹੈ ਤੇ 25 ਸਾਲ ਦੀ ਸਜ਼ਾ ਹੀ ਹੋਣੀ ਹੈ। 25 ਸਾਲ ਜੇਲ੍ਹ ਦੇ ਵਿੱਚ ਭੁਗਤਣੇ ਪੈਣੇ ਨੇ। ਸਭ ਤੋਂ ਪਹਿਲਾਂ ਜਿਹੜੇ ਮੈਂ ਨਾਮ ਲਏ ਆ ਦਵਿੰਦਰ ਸਿੰਘ ਤੇ ਰਣਜੀਤ ਸਿੰਘ ਨੂੰ, ਸੋ ਉਸ ਤੋਂ ਬਾਅਦ ਗੁਰਵਿੰਦਰ ਸਿੰਘ ਤੇ ਸੁਰਜੀਤ ਸਿੰਘ ਨੂੰ 17 ਸਾਲ ਦੀ ਕੈਦ ਹੋਈ ਹੈ। ਹਰਿੰਦਰ ਸਿੰਘ ਨੂੰ
16 ਸਾਲ ਦੀ ਕੈਦ, ਹਰਮਨਦੀਪ ਸਿੰਘ ਨੂੰ 6 ਸਾਲ ਦੀ ਕੈਦ ਹੋਈ ਹੈ। ਸੋ ਇਹ ਟੋਟਲ 6 ਨੌਜਵਾਨ ਨੇ ਜਿਹੜੇ ਹੁਣ ਜੇਲ੍ਹਾਂ ਦੇ ਵਿੱਚ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਗਵਾਉਣਗੇ। ਇਹਨਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਜੀ। ਪਿਸਤੌਲ ਰੱਖਣ ਦਾ ਵੀ ਇਹਨਾਂ ਦੇ ਉੱਤੇ ਦੋਸ਼ ਹੈ। ਫਿਰ ਇਹਨਾਂ ਨੇ ਜਿਹੜੇ ਗੰਭੀਰ ਕੁਝ ਜਿਹੜੇ ਨੌਜਵਾਨ ਸੀਗੇ ਜਿਹਨਾਂ ਨੂੰ ਘੱਟ ਸਜ਼ਾਵਾਂ ਹੋਈਆਂ, ਉਹਨਾਂ ਤੇ ਦੋਸ਼ ਇਹ ਨੇ ਕਿ ਉਹਨਾਂ ਨੇ ਗੰਭੀਰ ਸੱਟਾਂ ਲਾਈਆਂ ਜਿਹੜੇ ਉੱਥੇ ਨੌਜਵਾਨ ਸੀਗੇ। ਉਹਦੇ ਵਿੱਚ ਇਹ ਨਹੀਂ ਕਿ ਜਗਸ਼ੀਰ ਸੋਮਲ ਦੇ ਹੀ ਕਤਲ ਹੋਇਆ, ਉਹਦੇ ਨਾਲ ਦੇ ਸਾਥੀ ਵੀ ਜਿਹੜੇ ਗੰਭੀਰ ਉੱਥੇ ਜ਼ਖਮੀ ਹੋ ਗਏ ਸੀਗੇ। ਇਹਦੇ ਵਿੱਚ ਇੱਕ ਮੁੱਖ ਗੱਲ ਜਿਹੜੀ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਸਰਕਾਰੀ ਵਕੀਲ ਨੇ 191 ਸਾਲ ਦੀ ਸਜ਼ਾ ਮੰਗੀ ਸੀ ਅਦਾਲਤ ਦੇ ਕੋਲੋਂ ਕਿ ਇਹ ਬਹੁਤ ਦਰਦਨਾਕ ਘਟਨਾ ਜਿਹੜੀ ਹੈ ਵਾਪਰੀ ਹੈ। ਨੌਜਵਾਨ ਦਾ ਕਤਲ ਕੀਤਾ ਗਿਆ ਜਿਹੜਾ ਆਪਣੇ ਪੁੱਤਰ ਹੋਣ ਦੀ ਖੁਸ਼ੀ ਦੇ ਵਿੱਚ ਪਾਰਟੀ ਕਰ ਰਿਹਾ ਸੀ, ਜਸ਼ਨ ਮਨਾ ਰਿਹਾ ਸੀ, ਸੋ ਉਹਦਾ ਕਤਲ ਕਰ ਦਿੱਤਾ ਗਿਆ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਜ਼ਾ ਜਿਹੜੀ ਹੈ ਇਹ ਦੇਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੋਰ ਹੋਏਗਾ। ਲੋਕਾਂ ਦਾ ਝਾਕਾ ਆਮ ਆਪਾਂ ਕਹਿੰਦੇ ਹੁੰਦੇ ਨਾ ਕਿ ਲੋਕਾਂ ਚੋਂ ਡਰ ਨਿਕਲ ਜਾਂਦਾ ਹੈ ਜੇਕਰ ਸਜ਼ਾਵਾਂ ਸਖਤ ਨਾ ਹੋਣ। ਸੋ ਉਹਨਾਂ ਦਾ ਮੰਨਣਾ ਸੀ ਕਿ ਸਜ਼ਾਵਾਂ ਇਹ ਜਿਹੜੇ ਕਤਲ ਨੇ ਜਾਂ ਫਿਰ ਇਹੋ ਜਿਹੀਆਂ ਲੜਾਈਆਂ ਝਗੜੇ ਹੋਰ ਵੱਧ ਸਕਦੇ ਨੇ। ਸੋ ਇੱਕ ਆਪਾਂ ਟਾਰਗੇਟ ਬਣਾ ਕੇ ਵਧੀਆ ਤਰੀਕੇ ਦੇ ਨਾਲ ਇਹ ਜਿਹੜੀ ਅਦਾਲਤ ਹੈ ਇਹਦੇ ਉੱਤੇ ਕਾਰਵਾਈ ਕਰੇ। ਸੋ ਉਹਦੇ ਨਤੀਜੇ ਵਜੋਂ 191 ਤਾਂ ਨਹੀਂ ਪਰ ਅਦਾਲਤ ਨੇ 133 ਸਾਲ ਦੀ ਸਜ਼ਾ ਜਿਹੜੀ ਹੈ ਇਹਨਾਂ ਨੌਜਵਾਨਾਂ ਨੂੰ ਸੁਣਾਈ ਹੈ। ਸੋ ਇਹ ਬਹੁਤ ਵੱਡੀ ਗੱਲ ਹੈ ਤੇ ਬੜੀ ਵੱਡੀ ਅਹਿਮ ਖਬਰ ਹੈ ਪੰਜਾਬੀਆਂ ਵਾਸਤੇ ਜਿਹੜੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਵਸਦੇ ਨੇ, ਖਾਸ ਤੌਰ ਦੇ ਉੱਤੇ ਯੂਰਪ ਦੇ ਵਿੱਚ। ਜੀ ਕਾਫੀ ਕਹਿ ਲਓ ਕਿ ਬੜੀ ਖਬਰ ਹੈ। ਕਿਸ ਤਰੀਕੇ ਨਾਲ ਬੇਰਹਿਮੀ ਦੇ ਨਾਲ ਕਤਲ ਹੁੰਦਾ, ਇੱਕ ਪਾਸੇ ਬੱਚਾ ਹੁੰਦਾ ਘਰੇ ਤੇ ਦੂਜੇ ਪਾਸੇ ਪਿਤਾ ਦਾ ਕਤਲ ਹੋ ਜਾਂਦਾ ਹੈ। ਲੇਕਿਨ ਜੀ ਇਹ ਤੁਹਾਨੂੰ ਲੱਗਦਾ ਕਿ ਅਜਿਹੀਆਂ ਸਜ਼ਾਵਾਂ ਤੋਂ ਬਾਅਦ ਕਹਿ ਲਓ ਕਿ ਅਜਿਹੀਆਂ ਵਾਰਦਾਤਾਂ ਰੁਕ ਜਾਣਗੀਆਂ? ਬਿਲਕੁਲ ਬਿਲਕੁਲ ਦੀਪਨ, ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਨਾਂ ਮੁਲਕਾਂ ਦੇ ਵਿੱਚ ਇਹ ਨਹੀਂ ਹੈ ਕਿ ਕ੍ਰਾਈਮ ਜ਼ੀਰੋ ਹੈ, ਕ੍ਰਾਈਮ ਤਾਂ ਹੈ ਪਰ ਲੋਕ ਸਜ਼ਾਵਾਂ ਤੋਂ ਡਰਦੇ ਨੇ। ਮੈਂ ਤੁਹਾਨੂੰ ਦੱਸ ਦਿੰਦਾ ਕਿ ਆਪਣੇ ਲੋਕ ਨਾ ਜਿਹੜੇ ਪੰਜਾਬ ਤੋਂ ਆਏ ਹੋਏ ਨੌਜਵਾਨ ਨੇ ਇਹ ਦਿਲਵਦੀ ਕਰ ਬੈਠਦੇ ਨੇ ਕਿ ਸ਼ਾਇਦ ਜਿਵੇਂ ਅਸੀਂ ਪੰਜਾਬ 'ਚੋਂ ਲੜਾਈਆਂ ਝਗੜੇ ਕਰਦੇ ਬਾਹਰਲੇ ਦੇਸ਼ਾਂ 'ਚ ਆ ਗਏ ਹਾਂ ਤੇ ਸ਼ਾਇਦ ਇੱਥੇ ਵੀ ਅਸੀਂ ਉਹੀ ਸਾਰਾ ਕੁਝ ਦੁਹਰਾ ਸਕਦੇ ਹਾਂ, ਕਰ ਸਕਦੇ ਹਾਂ। ਪਰ ਸ਼ਾਇਦ ਇਹ ਕਹਿ ਲਈਏ ਕਿ ਇੰਨੀ ਜਾਣਕਾਰੀ ਨਹੀਂ ਹੁੰਦੀ ਇੱਥੋਂ ਦੇ ਸਿਸਟਮ ਦੀ ਕਿ ਇੱਥੋਂ ਦਾ ਸਿਸਟਮ ਕਿਵੇਂ ਚੱਲਦਾ ਹੈ ਨਾ। ਬਹੁਤ ਵਾਰ ਇਹ ਹੁੰਦਾ ਕਿ ਉਹੀ ਸਾਰਾ ਅੜਪ ਪੁਣਾ ਲੈ ਕੇ ਕਿ ਲਓ ਜੀ ਸਾਡੇ ਵਰਗਾ ਤਾਂ ਹੈ ਹੀ ਨਹੀਂ, ਅਸੀਂ ਤਾਂ ਪੰਜਾਬੀ ਆ, ਅਸੀਂ ਤਾਂ ਹੋਰ ਕਿਸੇ ਜਾਤ ਦੇ ਨਾਲ, ਖਾਸ ਜਾਤ ਦੇ ਨਾਲ ਸੰਬੰਧਿਤ ਲੋਕ ਆ ਤੇ ਅਸੀਂ ਤਾਂ ਜਿੱਥੇ ਜਾਈਏ ਤੇ ਅਸੀਂ ਆਪਣੇ ਤਰੀਕੇ ਨਾਲ ਰਹੀਦਾ। ਪਰ ਮੈਂ ਤੁਹਾਨੂੰ ਇੱਕ ਗੱਲ ਸਾਫ਼ ਕਲੀਅਰ ਲਫ਼ਜ਼ਾਂ ਦੇ ਵਿੱਚ ਦੱਸ ਦਿੰਦਾ ਕਿ ਜਿਹੜੇ ਲੋਕ ਜਿਹੜੇ ਪੰਜਾਬੀ ਜਾਂ ਕਿਤੋਂ ਵੀ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਇਸ ਮੁਲਕ ਦੇ ਕਾਨੂੰਨ ਫੋਲੋ ਕਰਨੇ ਪੈਂਦੇ ਨੇ, ਉਹਨਾਂ ਦੇ ਹਿਸਾਬ ਦੇ ਨਾਲ ਚੱਲਣਾ ਪੈਂਦਾ ਹੈ। ਇੱਥੋਂ ਤੱਕ ਵੀ ਕਿ ਤੁਸੀਂ ਕਿਸੇ ਨੂੰ ਪੁਸ਼ ਨਹੀਂ ਕਰ ਸਕਦੇ, ਯਾਨੀ ਕਿ ਜੇਕਰ ਤੁਹਾਡਾ ਕਿਸੇ ਨਾਲ ਝਗੜਾ ਹੋ ਜਾਂਦਾ ਤੁਸੀਂ ਧੱਕਾ ਤੱਕ ਨਹੀਂ ਮਾਰ ਸਕਦੇ। ਜੇ ਉਹ ਧੱਕੇ ਦੀ ਵੀਡੀਓ ਬਣ ਜਾਂਦੀ ਹੈ, ਅਗਲੇ ਕੋਲ ਐਵੀਡੈਂਸ ਹੁੰਦਾ ਹੈ ਤੇ ਤੁਹਾਨੂੰ ਅਰੈਸਟ ਕੀਤਾ ਜਾ ਸਕਦਾ ਹੈ। ਇੱਥੇ ਨਾ ਬਹੁਤ ਵਾਰ ਤੁਸੀਂ ਦੇਖੋਗੇ ਨਾ ਕਿਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਕਿਤੇ ਦੋ ਗੋਰੇ ਆਪਸ ਦੇ ਵਿੱਚ ਲੜ ਪੈਣ, ਕੋਈ ਪੰਜਾਬੀ ਨਾਲ ਲੜ ਪਏ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਕਾਨੂੰਨ ਕੀ ਕਹਿੰਦਾ, ਸੋ ਇੱਕ ਦੂਜੇ ਨਾਲ ਗਾਲੋ ਗਾਲੀ ਤਾਂ ਹੁੰਦੇ ਰਹਿਣਗੇ ਪਰ ਕਿਸੇ ਇੱਕ ਦੂਜੇ ਨੂੰ ਹੱਥ ਨਹੀਂ ਲਾਉਂਦੇ। ਉਹਨਾਂ ਨੂੰ ਪਤਾ ਕਿ ਹੱਥ ਜਦੋਂ ਲਾਇਆ ਨਹੀਂ ਤੇ ਕੇਸ ਪਿਆ ਨਹੀਂ। ਸੋ ਇਹ ਜਿਹੜੇ ਨੌਜਵਾਨਾਂ ਨੂੰ ਸਜ਼ਾਵਾਂ ਹੋਈਆਂ ਸ਼ਾਇਦ ਇਹੀ ਹੈ ਕਿ ਇਹਨਾਂ ਨੂੰ ਇੱਥੋਂ ਦੇ ਕਾਨੂੰਨ ਦਾ ਪਤਾ ਨਹੀਂ ਸੀ ਜਾਂ ਫਿਰ ਇਹਨਾਂ ਨੇ ਦਿਲਬਦੀ ਕੀਤੀ ਹੈ ਜਾਂ ਨਸ਼ੇ ਦਾ ਸੇਵਨ। ਓਬਵੀਅਸਲੀ ਇਹ ਤਾਂ ਮੈਂ ਗੱਲ ਕਹਿ ਸਕਦਾ ਹਾਂ ਕਿ ਨਸ਼ੇ ਦਾ ਸੇਵਨ ਕੀਤਾ ਹੋਏਗਾ ਜਿਸ ਤੋਂ ਬਾਅਦ ਦਿਲਬਦੀ ਕਰਕੇ ਉਹ ਨੌਜਵਾਨ ਦੇ ਘਰ ਪਹੁੰਚਦੇ ਆ ਤੇ ਉਹਦਾ ਕਤਲ ਕਰ ਦਿੱਤਾ ਜਾਂਦਾ। ਸੋ ਹੁਣ ਜਿਹੜਾ ਫੈਸਲਾ ਆਇਆ ਇਸ ਤੋਂ ਬਾਅਦ ਪਛਤਾ ਤਾਂ ਰਹੇ ਹੋਣਗੇ ਪਰ ਹੁਣ ਪਛਤਾਵੇ ਲਈ ਕੁਝ ਨਹੀਂ ਹੈ ਨਾ। ਬਹੁਤ ਵਾਰ ਇਹ ਕਹਿ ਦਿੱਤਾ ਜਾਂਦਾ ਜੀ ਸਾਨੂੰ ਪਤਾ ਨਹੀਂ ਸੀ ਇਸ ਤਰ੍ਹਾਂ ਹੋਣਾ ਹੈ। ਸੋ ਹੁਣ ਕੋਈ ਐਕਸਕਿਊਜ਼ ਨਹੀਂ ਹੈ ਇਹਦੇ ਵਿੱਚ ਕਿ ਤੁਹਾਨੂੰ ਸਜ਼ਾ ਘੱਟ, ਪਛਤਾਵਾ, ਗਿਲਟੀ ਹੋ ਗਏ ਤਾਂ ਫਿਰ ਇਹ ਸਜ਼ਾ ਘੱਟ ਜੂਗੀ, ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਸੋ ਇਹ ਸਜ਼ਾਵਾਂ ਜਿਹੜੀਆਂ ਨੇ ਇਸੇ ਤਰੀਕੇ ਦੇ ਨਾਲ ਹੀ ਭੁਗਤਣੀਆਂ ਪੈਣਗੀਆਂ। ਸੋ ਮੈਂ ਰਿਕੁਐਸਟ ਵੀ ਕਰਦਾ, ਇੱਕ ਅਪੀਲ ਹੈ ਮੇਰੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਆ ਜਿਹੜੇ ਕਹਿੰਦੇ ਕਿ ਅਸੀਂ ਇਸ ਮੁਲਕ ਦੇ ਵਿੱਚ ਆਪਣੀ ਲਾਈਫ ਸੈੱਟ ਕਰਨੀ ਹੈ, ਸੋ ਭਰਾਵੋ ਕਦੇ ਵੀ ਇਹੋ ਜਿਹੇ ਜਿਹੜੇ ਕਲੇਸ਼ ਨੇ, ਜਦੋਂ ਵੀ ਕਿਸੇ ਨਾਲ ਕੋਈ ਝਗੜਾ ਹੋ ਜਾਂਦਾ ਇਹ ਚੀਜ਼ਾਂ ਤੋਂ ਦੂਰ ਰਿਹਾ ਕਰੋ। ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਹੈ। ਵਿਦੇਸ਼ ਦੇ ਵਿੱਚ ਕਾਮਯਾਬੀ ਤਾਂ ਹੈ ਜੇਕਰ ਤੁਸੀਂ ਲੜਾਈ ਝਗੜੇ ਆਰਗੂਮੈਂਟਸ ਤੋਂ ਦੂਰ ਰਹੋਗੇ ਕਿਸੇ ਦੇ ਨਾਲ ਕਰਨ ਤੋਂ। ਸੋ ਆਪਣੀ ਲਾਈਫ ਜਿਹੜੀ ਆਪਣੀ ਜ਼ਿੰਦਗੀ ਹੈ ਉਹਨੂੰ ਦੇਖੋ, ਜੇਕਰ ਕੱਚੇ ਹੋ ਤਾਂ ਕਿਵੇਂ ਤੁਸੀਂ ਪੱਕੇ ਹੋਣਾ ਉਹ ਦੇਖੋ। ਕਰਜ਼ਾ ਚੁੱਕ ਕੇ ਆਏ ਹੋ ਤੇ ਭਾਈ ਕਰਜ਼ਾ ਲਾਓ, ਆਪਣੀ ਲਾਈਫ ਬਣਾਓ, ਨਾ ਕਿ ਇੱਥੇ ਆ ਕੇ ਲੜਾਈ ਝਗੜਿਆਂ ਦੇ ਵਿੱਚ ਪਾਓ। ਕੋਈ ਕਿਸੇ ਨਾਲ ਨਹੀਂ ਖੜਦਾ। ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ, ਇੱਥੇ ਕਿਸੇ ਵੀ ਅਦਾਲਤ ਦੇ ਵਿੱਚ, ਕਿਸੇ ਵੀ ਮਿਨਿਸਟਰੀ ਦੇ ਵਿੱਚ ਕਿਸੇ ਦਾ ਫੁੱਫੜ, ਕਿਸੇ ਦੀ ਭੂਆ ਨਹੀਂ ਲੱਗੀ ਹੋਈ। ਜੇ ਲੱਗੇ ਵੀ ਹੋਈ ਹੈ ਤੇ ਉਹ ਫੁੱਫੜ ਹੋ ਕੇ ਵੀ ਆਪਣੇ ਭਤੀਜੇ ਨੂੰ, ਆਪਣੇ ਭਾਂਜੇ ਨੂੰ ਨਹੀਂ ਚੜਾ ਸਕਦਾ। ਇੱਥੇ ਕਿਸੇ ਦੀ ਵੀ ਸਿਫਾਰਿਸ਼ ਨਹੀਂ ਚੱਲਦੀ। ਇੱਥੋਂ ਤੱਕ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਦੇ ਕਿ ਇਹਨਾਂ ਨੂੰ ਮਾਫ ਕਰ ਦਿਓ ਭਾਈ, ਇੱਥੇ ਕੁਝ ਨਹੀਂ ਹੋਣਾ ਇਸ ਤਰ੍ਹਾਂ ਦਾ। ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ, ਕੋਈ ਰਿਸ਼ਵਤ ਨਹੀਂ ਚੱਲਣੀ। ਜੇ ਤੁਸੀਂ ਕ੍ਰਾਈਮ ਕੀਤਾ ਹੈ ਉਹਨੂੰ ਤੁਸੀਂ, ਜੇ ਉਹ ਸਾਬਤ ਹੋ ਜਾਂਦਾ ਹੈ, ਇਨਵੈਸਟੀਗੇਸ਼ਨ ਏਜੰਸੀਆਂ ਉਹ ਸਾਬਤ ਕਰ ਲੈਂਦੀਆਂ ਤੇ ਤੁਹਾਨੂੰ ਸਜ਼ਾਵਾਂ ਹੋਣਗੀਆਂ। ਇੱਥੇ
ਇੰਗਲੈਂਡ ਦੇ ਵਿੱਚ ਨਾ ਮੈਂ ਆਪਣੇ ਕਿਸੇ ਦੋਸਤ ਦੇ ਨਾਲ ਬੈਠਾ ਗੱਲ ਕਰਦਾ ਸੀ ਤੇ ਉਹ ਮੈਨੂੰ ਖਬਰ ਸੁਣਾ ਰਿਹਾ ਸੀ। ਇਹ ਕਹਿੰਦਾ ਅੱਗੋਂ ਉਹਦਾ ਦੋਸਤ, ਯਾਨੀ ਕਿ ਜਿਹਨੇ ਮੈਨੂੰ ਗੱਲ ਸੁਣਾਈ ਹੈ, ਅੱਗੋਂ ਉਹਦਾ ਦੋਸਤ ਹੈ, ਕਹਿੰਦਾ ਉਹਦੇ ਕੋਲ ਨਾ ਚਾਹੁੰਦਿਆਂ ਹੋਇਆਂ ਵੀ ਕੋਈ ਨੌਜਵਾਨ ਜਿਹੜਾ ਪੰਜਾਬੀ ਸੀ ਸ਼ਾਇਦ ਉਹ ਮਰ ਜਾਂਦਾ ਹੈ। ਮਤਲਬ ਨਾ ਚਾਹੁੰਦਿਆਂ ਹੋਇਆਂ। ਇੱਕ ਤਾਂ ਜੀ ਹੁੰਦਾ ਨਾ ਵੀ ਤੁਸੀਂ ਜਾਣ ਬੁੱਝ ਕੇ ਬੰਦਾ ਮਾਰ ਰਹੇ ਹੋ। ਸੋ ਉਹਨੇ ਮੈਨੂੰ ਗੱਲ ਸੁਣਾਈ ਹੈ, ਕਹਿੰਦਾ ਕਿ ਉਹਦੇ ਕੋਲੋਂ ਨਾ ਚਾਹੁੰਦਿਆਂ ਹੋਇਆਂ ਜਿਹੜਾ ਕੋਈ ਨੌਜਵਾਨ ਜਿਹੜਾ ਸੀ ਉਹਦੀ ਮੌਤ ਹੋ ਜਾਂਦੀ ਹੈ, ਉਹ ਮਰ ਜਾਂਦਾ ਹੈ। ਤੇ ਉਹਨੂੰ ਤੁਸੀਂ ਤੁਹਾਨੂੰ ਮੈਂ ਦੱਸਦਾ ਕਿ ਇੰਗਲੈਂਡ ਦੀ ਕਿਸੇ ਅਦਾਲਤ ਨੇ 28 ਸਾਲ ਦੀ ਸਜ਼ਾ ਸੁਣਾਈ ਹੋਈ ਹੈ ਉਹ ਨੌਜਵਾਨ ਦੀ। ਹੁਣ ਮੈਨੂੰ ਤੁਸੀਂ ਇਹ ਜੀ ਹਿਸਾਬ ਲਾ ਕੇ, ਇਹ ਮੈਂ ਗੱਲਾਂ ਕਿਉਂ ਕਰ ਰਿਹਾ ਕਿ ਪੰਜਾਬੀ ਜਿਹੜੇ ਨੌਜਵਾਨ ਨੇ ਜਿਹੜੇ ਬਾਹਰਲੇ ਮੁਲਕਾਂ ਚ ਆ ਕੇ ਦਿਲਬਦੀ ਕਰਦੇ ਆ, ਸੋ ਉਹਨਾਂ ਨੂੰ ਪਤਾ ਲੱਗਿਆ ਨਾ। ਸੋ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਜੇ ਉਹ ਮੁੰਡਾ ਜਿਹਨੇ ਕਤਲ ਕੀਤਾ ਹੈ, ਉਹਦੀ ਉਮਰ ਮੰਨ ਲਓ ਕਿ 30 ਸਾਲ ਵੀ ਹੋਊਗੀ, ਆਪਾਂ ਇੱਕ ਅੰਦਾਜ਼ਨ ਕਹਿ ਲੈਂਦੇ ਹਾਂ। ਸੋ 28 ਸਾਲ ਦੀ ਜੀ ਸਜ਼ਾ ਉਹਨੂੰ ਹੋ ਗਈ, ਯਾਨੀ ਕਿ ਉਹ ਜਿੱਦਣ 60 ਸਾਲਾਂ ਦਾ ਹੋਏਗਾ ਤੇ ਆਪਣੇ ਜੇਲ੍ਹ ਤੋਂ ਬਾਹਰ ਆਉਣਾ ਉਹਨੇ। ਸੋ ਫਿਰ ਪਿੱਛੇ ਲਾਈਫ ਕੀ ਰਹਿ ਗਈ? ਹੋ ਸਕਦਾ ਹੈ ਕਿ ਉਹਦਾ ਅੰਦਰ ਹੀ ਸਾਰਾ ਕੰਮ ਜਿਹੜਾ ਫਿਨਿਸ਼ ਹੋ ਜਾਏ, ਖਤਮ ਹੋ ਜਾਏ, ਹੈ ਨਾ। ਸੋ ਜੇ ਆ ਵੀ ਜਾਂਦਾ ਹੈ ਤੇ ਸਾਰੀ ਜਵਾਨੀ, ਸਾਰਾ ਬੁਢੇਪਾ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਕੱਟ ਕੇ ਤੇ ਬਾਹਰ ਆਊਗਾ ਜਿੱਦਣ 60 ਸਾਲ ਦਾ ਹੁੰਦਾ ਹੈ। ਸੋ ਇਹਨਾਂ ਨੌਜਵਾਨਾਂ ਦੇ ਨਾਲ ਵੀ ਇਸੇ ਤਰੀਕੇ ਦੇ ਨਾਲ ਹੋਣਾ ਹੈ ਕਿ 25-25 ਸਾਲ, ਜੇ ਕਿਸੇ ਦੀ ਉਮਰ 25 ਸਾਲ ਵੀ ਹੈ ਤੇ ਉਹ 50 ਸਾਲ ਦਾ ਹੋ ਜਾਏਗਾ ਜਦੋਂ ਜੇਲ੍ਹ ਤੋਂ ਬਾਹਰ ਆਏਗਾ। ਸੋ ਲਾਈਫ ਸਾਰੀ ਦੀ ਸਾਰੀ ਬਰਬਾਦ ਹੋ ਜਾਂਦੀ ਹੈ। ਨੌਜਵਾਨੋਂ ਜਿਹੜੇ ਕੰਮ ਆਉਂਦੇ ਉਹ ਘਰਦਿਆਂ ਨੇ ਪੈਸਾ ਲਾ ਕੇ, ਕਰਜ਼ਾ ਚੁੱਕ ਕੇ ਭੇਜਿਆ ਹੁੰਦਾ ਸਹੀ ਲਾਈਫ ਬਣਾਉਣ ਲਈ। ਸੋ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਉਹੀ ਅੜਪਪੁਣਾ, ਉਹੀ ਹੰਕਾਰ, ਉਹੀ ਈਗੋ ਲੈ ਕੇ ਨਾ ਆਇਆ ਕਰੋ। ਬੰਦਾ ਮਾਰਨਾ ਕੋਈ ਔਖਾ ਕੰਮ ਨਹੀਂ ਹੈ। ਜੇ ਕਹੀਏ ਕਿ ਕੋਈ ਬੰਦਾ ਮਾਰਨਾ ਬਹੁਤ ਵੱਡਾ ਕੰਮ ਹੁੰਦਾ, ਜਿਗਰੇ ਵਾਲਾ ਕੰਮ ਹੈ, ਇਹ ਇੱਕ ਮੈਂ ਕਹਿ ਦਿੰਦਾ ਕਿ ਉਸ ਬੰਦੇ ਦਾ ਕੰਮ ਹੈ ਜਿਹੜਾ ਆ ਕੇ ਕਿਸੇ ਨੂੰ ਕਿਸੇ ਜਿਹੜਾ ਹਥਿਆਰ ਤੋਂ ਬਿਨਾਂ ਅੱਗੇ ਬੰਦਾ ਤੁਹਾਡਾ ਮੁਕਾਬਲਾ ਕਰ ਹੀ ਨਹੀਂ ਸਕਦਾ, ਤੁਸੀਂ ਧੋਖੇ ਨਾਲ ਉਹਦਾ ਕਤਲ ਕਰ ਦਿੰਦੇ ਹੋ, ਮਾਰ ਦਿੰਦੇ ਹੋ, ਤੇ ਇਹ ਕੋਈ ਮਰਦਾਨਗੀ ਵਾਲਾ ਕੰਮ ਨਹੀਂ ਹੁੰਦਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਜਗ੍ਹਾ ਦੇ ਉੱਤੇ ਦੇਖੀਆਂ ਜਾ ਸਕਦੀਆਂ ਜੋ ਹੋ ਰਹੀਆਂ। ਸੋ ਇਹਨਾਂ ਦੇ ਉੱਤੇ ਤੁਹਾਨੂੰ ਸੋਚਣਾ ਪੈਣਾ ਜੇਕਰ ਸਹੀ ਜ਼ਿੰਦਗੀ ਜਿਉਣੀ ਹੈ। ਇਹਦੇ ਵਿੱਚ ਹੁਣ 2-3 ਮੈਂ ਚੀਜ਼ਾਂ ਹੋਰ ਦੱਸ ਦਿੰਦਾ ਨਾ ਕਿ ਕਿਵੇਂ ਇਹਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਹੈ, ਕਿਵੇਂ ਇਹਨਾਂ ਚੀਜ਼ਾਂ ਤੋਂ ਦੂਰ ਰਿਹਾ ਜਾ ਸਕਦਾ ਨਾ। ਪਹਿਲੀ ਗੱਲ ਤਾਂ ਨਸ਼ੇ ਦਾ ਸੇਵਨ ਜਿਹੜਾ ਹੈ ਉਹ ਸਾਰੀਆਂ ਇਹ ਚੀਜ਼ਾਂ ਵਧਾਉਂਦਾ ਹੈ ਨਾ। ਵਿਦੇਸ਼ਾਂ ਦੇ ਵਿੱਚ ਜਦੋਂ ਆ ਕੇ ਤੁਸੀਂ ਨਸ਼ਾ ਕਰਦੇ ਹੋ, ਨੌਜਵਾਨਾਂ ਦੇ ਵਿੱਚ ਬਹਿ ਕੇ ਇਕੱਠੇ ਗਰੁੱਪ ਬਣਾ ਕੇ, ਉਹ ਹੁੰਦਾ। ਇੱਕ ਦੂਜੀ ਗੱਲ ਜਿਹੜੀ ਆਪਣੀ ਸੰਗਤ ਹੈ ਜਿਹੜੀ ਉਹਨੂੰ ਸਹੀ ਰੱਖੋ। ਜਿਹੜੇ ਸਹੀ ਸਲਾਹਾਂ ਦੇਣ ਵਾਲੇ ਲੋਕ ਨੇ ਉਹਨਾਂ ਦੇ ਨਾਲ ਤੁਸੀਂ ਬੈਠੋ ਉੱਠੋ ਤਾਂ ਕਿ ਤੁਹਾਨੂੰ ਸਹੀ ਜਿਹੜੀ ਹੈ ਸਿੱਖਿਆ ਮਿਲ ਸਕੇ, ਕਿਵੇਂ ਚੱਲਣਾ, ਕਿਵੇਂ ਹੋਣਾ, ਹੈ ਨਾ। ਸੋ ਇਹ ਚੀਜ਼ਾਂ ਤੋਂ ਦੂਰ ਰਹੋ। ਜੇਕਰ ਤੁਹਾਨੂੰ ਕੋਈ ਆ ਕੇ ਕੋਈ ਸਿਰਕਿਆ ਹੋਇਆ ਬੰਦਾ, ਜਿਹੜਾ ਦਿਮਾਗ ਸਿਰਕਿਆ ਹੋਵੇ ਜਿਹਦਾ, ਸੋ ਉਹ ਆ ਕੇ ਤੁਹਾਨੂੰ ਛੇੜਦਾ ਵੀ ਹੈ ਤੇ ਉਹਦੇ ਕੋਲੋਂ ਦੂਰ ਹੋ ਜਾਓ। ਸੋ ਕੋਈ ਵੀ ਤੁਹਾਨੂੰ ਆਰਗੂਮੈਂਟ ਕਰਨ ਦੀ ਲੋੜ ਨਹੀਂ ਹੈ। ਸੋ ਇਹ ਡਰ ਨਹੀਂ ਹੈ, ਇਹਨਾਂ ਮੁਲਕਾਂ ਦੇ ਵਿੱਚ ਰਹਿਣ ਦੇ ਤੌਰ ਤਰੀਕੇ ਨੇ। ਸੋ ਮੈਂ ਇਹਨਾਂ ਕੀ ਕਹਿ ਸਕਦਾ। ਹੋਰ ਤੁਹਾਡਾ ਕੋਈ ਸਵਾਲ ਹੋਏ ਤਾਂ ਤੁਸੀਂ ਪੁੱਛ ਲਓ। ਜੀ ਜੀ ਮੈਂ ਕਹਿਣਾ ਚਾਹੁੰਦਾ ਸੀ, ਜਿਵੇਂ ਤੁਸੀਂ ਵਿਦੇਸ਼ਾਂ ਦੀ ਗੱਲ ਕੀਤੀ ਹੈ ਕਿ ਉੱਥੇ ਸਜ਼ਾਵਾਂ ਕਾਫੀ ਹੁੰਦੀਆਂ ਨੇ, ਤੁਹਾਨੂੰ ਲੱਗਦਾ ਨਹੀਂ ਜੇ ਇਹ ਸਜ਼ਾਵਾਂ ਜੋ ਹੀ ਰੂਲਸ ਨੇ ਸਾਰੇ ਜੇ ਮੰਨ ਲਓ ਇੰਡੀਆ ਵਿੱਚ ਲਾਗੂ ਹੋ ਜਾਣ ਤਾਂ ਅਜਿਹੀਆਂ ਘਟਨਾਵਾਂ ਘੱਟ ਜਾਣਗੀਆਂ ਭਾਰਤ ਵਿੱਚ ਵੀ? ਡੈਫੀਨੇਟਲੀ ਅੱਜ ਕੱਲ ਤੁਹਾਨੂੰ ਮੈਂ ਦੱਸਾਂ ਕਿ ਪੰਜਾਬ ਦੇ ਵਿੱਚ ਨਾ, ਆਪਾਂ ਪੰਜਾਬ ਦੀ ਗੱਲ ਤਾਂ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਪੰਜਾਬੀ ਹਾਂ। ਪੰਜਾਬ ਦੇ ਵਿੱਚ ਅੱਜ ਕੱਲ ਕਤਲ ਕਰਨਾ ਵੀ ਕੋਈ ਵੱਡਾ ਕੰਮ ਨਹੀਂ ਰਹਿ ਗਿਆ ਨਾ। ਕਤਲ ਕਰਕੇ ਅਗਲੇ ਨੂੰ ਪਤਾ ਵੀ ਮੈਂ 2 ਸਾਲ ਨੂੰ ਬਾਹਰ ਆ ਜਾਣਾ। ਮੇਰੇ ਨੌਨ ਦੇ ਵਿੱਚੋਂ, ਨੌਨ ਜਿਹੜੇ ਲੋਕ ਹੁੰਦੇ ਨੇ ਨਾ, ਆਮ ਤੁਹਾਨੂੰ ਪਤਾ ਤੁਹਾਡਾ ਸਰਕਲ ਹੁੰਦਾ, ਉਹਦੇ ਵਿੱਚੋਂ ਮੇਰੇ ਕੋਲ ਐਗਜ਼ਾਮਪਲਾਂ ਨੇ 1-2 ਇਸ ਤਰ੍ਹਾਂ ਦੀਆਂ ਕਿ ਕਤਲ ਹੋ ਗਿਆ। ਉਹ ਬੰਦੇ ਜਿਹੜੇ ਕਤਲ ਕਰਨ ਵਾਲੇ ਨੇ 1-2 ਸਾਲ ਦੇ ਵਿੱਚ ਜੀ ਉਹ ਜੇਲ੍ਹ ਤੋਂ ਬਾਹਰ ਆਏ। ਉਸ ਤੋਂ ਬਾਅਦ ਕੀ ਅਗਲੀ ਗੱਲ ਤੁਸੀਂ ਸੁਣੋ ਕਿ ਉਹ ਵਿਦੇਸ਼ ਵੀ ਆ ਗਏ। ਕਤਲ ਕੀਤਾ, ਕਤਲ ਤੋਂ ਬਾਅਦ 2 ਸਾਲ ਜੇਲ੍ਹ ਕੱਟੀ ਹੈ ਜਾਂ 6 ਮਹੀਨੇ ਕੱਟੀ ਹੈ, ਮਤਲਬ ਇੰਨੀ ਕੀ ਹੈ ਨਾ, ਜੀ ਵੀ ਸਾਲ, 1.5 ਸਾਲ, 2 ਸਾਲ ਦੇ ਵਿੱਚ ਉਹ ਜੇਲ੍ਹ ਤੋਂ ਬਾਹਰ ਆਏ। ਉਸ ਤੋਂ ਬਾਅਦ ਵੀਜ਼ਾ ਲੈ ਕੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ, ਜਰਮਨ ਵਰਗੇ, ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ ਉਹ ਆ ਜਾਂਦੇ ਆ। ਸੋ ਇਹ ਕਿਵੇਂ ਪੋਸੀਬਲ ਹੋ ਓਕੇ ਸਕਦਾ? ਦੱਸਿਓ ਮੈਨੂੰ ਜਰਾ। ਕਿੱਥੇ ਆਪਾਂ ਕਹਿੰਦੇ ਕਤਲ ਦੀ ਸਜ਼ਾ ਲੈ ਭਾਈ, ਘੱਟੋ ਘੱਟ ਉਮਰ ਕੈਦ ਹੈ 12-14 ਸਾਲ ਜਿਹਨੂੰ ਕਿਹਾ ਜਾਂਦਾ ਹੈ। ਸੋ ਬੰਦਾ ਕਿਵੇਂ ਵਿਦੇਸ਼ ਦੀ ਜੀ ਧਰਤੀ ਦੇ ਉੱਤੇ ਆ ਗਿਆ? ਸੋ ਜੇ ਉਹਦਾ ਫਿਰ ਦਿਲ ਵਧਿਆ ਹੋਊਗਾ ਤੇ ਉਹ ਜਾ ਕੇ ਦੂਜਾ ਕਤਲ ਕਰਨ ਨੂੰ ਪਊਗਾ ਵੀ ਲੈ ਵੀ ਕੱਖ ਨਹੀਂ ਹੁੰਦਾ ਇੱਥੇ। ਤੇ ਇਹ ਗੱਲ ਅਸਲੀਅਤ ਵੀ ਹੈ, ਰਿਐਲਿਟੀ ਵੀ ਹੈ। ਜੇਕਰ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਤੇ ਭਾਈ ਉਹਦੀਆਂ ਸਜ਼ਾਵਾਂ ਹੈ ਨਹੀਂ, ਸਿਫਾਰਿਸ਼ਾਂ ਬਹੁਤ ਚੱਲਦੀਆਂ। ਸਾਡੇ ਤਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਜਿਹੜੇ ਨੇ, ਉਹਨਾਂ ਨੇ ਪੁਲਿਸ ਅਫਸਰ ਜਿਹੜੇ 5-5 ਸਾਲਾਂ ਬਾਅਦ ਛੁਡਾ ਦਿੱਤੇ। ਮੈਂ ਤੁਹਾਨੂੰ ਯਾਦ ਕਰਾਵਾਂ, ਅੱਜ ਤੋਂ 3-4 ਸਾਲ ਪਹਿਲਾਂ ਦੀ ਘਟਨਾ ਹੈ। ਝੂਠੇ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨ ਮਾਰੇ ਹੋਏ ਸੀ ਜਿਨ੍ਹਾਂ ਪੁਲਿਸ ਅਫਸਰਾਂ ਨੇ। ਸੋ ਅਦਾਲਤ ਨੇ ਉਹਨਾਂ ਨੂੰ ਉਮਰ ਕੈਦ ਦਿੱਤੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਤੇ ਰਾਜਪਾਲ ਕੋਲੋਂ ਚਿੱਠੀ ਲਿਖਵਾ ਕੇ ਅਗਲਿਆਂ ਨੇ 2 ਜਾਂ ਮੈਨੂੰ ਲੱਗਦਾ ਵੀ 3 ਸਾਲ ਬਾਅਦ ਉਹ ਬੰਦੇ ਬਾਹਰ ਕਢਾ ਲਏ ਸੀ। ਸੋ ਇਹ ਸਾਰੇ ਕਾਸੇ ਦੇ ਵਿੱਚ ਸਿਫਾਰਿਸ਼ਾਂ ਚੱਲਦੀਆਂ, ਇਸ ਕਰਕੇ ਤਾਂ ਕਤਲੋਗਾਰਤ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਜੀ ਜੀ ਸਿੰਘ, ਧੰਨਵਾਦ ਤੁਹਾਡਾ। ਤੁਸੀਂ ਅਜਿਹੀਆਂ ਜਾਣਕਾਰੀਆਂ ਸਾਡੇ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਤੇ ਸਾਡੇ ਦਰਸ਼ਕ ਵੀ ਤੁਹਾਨੂੰ ਸੁਣਨਾ ਪਸੰਦ ਕਰਦੇ ਨੇ। ਧੰਨਵਾਦ ਤੁਹਾਡਾ ਦਲਜੀਤ ਸਿੰਘ ਜੀ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਥੈਂਕ ਯੂ।
ਦਰਸ਼ਕੋ, ਤੁਹਾਡੇ ਕੋਲ ਅਜਿਹੀਆਂ ਜਾਣਕਾਰੀਆਂ ਅਸੀਂ ਲੈ ਕੇ ਆਉਂਦੇ ਰਹਾਂਗੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ YouTube ਦੇ ਉੱਤੇ, ਅਤੇ ਨਾਲ ਹੀ ਸਾਡੇ ਫੇਸਬੁੱਕ ਨੂੰ ਫੋਲੋ ਜ਼ਰੂਰ ਕਰੋ, ਕਿਉਂਕਿ ਕੁਝ ਕਾਰਨਾਂ ਕਰਕੇ ਸਾਡਾ ਜੋ ਫੇਸਬੁੱਕ ਪੇਜ ਹੈ ਉਸ ਦੀ ਰੀਚ ਡਾਊਨ ਹੋ ਚੁੱਕੀ ਹੈ, ਉਸ ਦੀ ਰੀਚ ਨੂੰ ਖਤਮ ਕਰ ਦਿੱਤਾ ਗਿਆ ਹੈ। ਪਰ ਤੁਹਾਡਾ ਸਹਿਯੋਗ ਮਿਲਿਆ ਤਾਂ ਅਸੀਂ ਦੁਬਾਰਾ ਆਪਣੇ ਪੈਰਾਂ 'ਤੇ ਖੜੇ ਹੋ ਜਾਵਾਂਗੇ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ। ਤਾਂ ਹੁਣ ਵੇਲਾ ਹੋ ਗਿਆ ਇਜਾਜ਼ਤ ਦਾ। ਧੰਨਵਾਦ।